नहीं डोलना हिंदियो सब्र करना केहा सिंह होरां थापी मार सानू जाना विच कनेडे दे जरूर है जी कीते शेर ए कौल इकरार सानू आखर रवा होया बेड़ा खालसे दा खड़कण लग पई तार पर तार सानू सुनो हिंदियो जरा ध्यान दे के गल्लां सुनदियां सार घबरावणा ना साडा हाल गरीबां दा दर्द भरिया खोल दस दे हां मूंह पवावणा ना साडा हाल गरीबां दा दर्द भरिया खोल दस दे हां मूंह पवावणा ना ਸਾਕਾ ਕਾਮਾ ਗਾਟਾ ਮਾਰੂ। ਗਦਰ ਗੂੰਜਦੀਆਂ ਇਹਨਾਂ ਸਤਰਾਂ ਦੇ ਨਾਲ ਅਸੀਂ ਸਾਕਾ ਕਾਮਾ ਗਾਟਾ ਮਾਰੂ ਦੀ ਦਾਸਤਾਨ ਸ਼ੁਰੂ ਕਰਦੇ ਹਾਂ ਪਹਿਲੇ ਚੈਪਟਰ ਦੇ ਨਾਲ। ਚਲੋ ਚੱਲੀਏ ਕੈਨੇਡਾ। 18ਵੀਂ ਸਦੀ ਦੇ ਸ਼ੁਰੂ ਵਿੱਚ ਅੰਗਰੇਜ਼ਾਂ ਨੇ ਆਪਣੀ ਵੱਧਦੀ ਆਬਾਦੀ ਦੀਆਂ ਵੱਧਦੀਆਂ ਲੋੜਾਂ ਦੀ ਪੂਰਤੀ ਲਈ ਅਮਰੀਕਨ ਮਹਾਂਦੀਪ ਵਾਲੀ ਲਗਭਗ ਗੈਰ ਆਬਾਦੀ ਧਰਤੀ 'ਤੇ ਪੈਰ ਜਾ ਪਸਾਰੇ। ਉੱਥੋਂ ਦੇ ਟਾਵੇਂ ਮੂਲ ਨਿਵਾਸੀ ਅਜੇ ਜੰਗਲੀ ਅਵਸਥਾ ਵਿੱਚ ਹੀ ਵਿਚਰ ਰਹੇ ਸਨ, ਜਿਨ੍ਹਾਂ 'ਤੇ ਇਹ ਚੁਸਤ ਚਲਾਕ ਧੱਕੜ ਗੋਰੇ ਸਹਿਜੇ ਹੀ ਭਾਰੂ ਹੋ ਗਏ। ਅੱਗੋਂ ਲੰਡਨ ਸਰਕਾਰ ਵੀ ਐਨੀ ਜਾਬਰ ਸੀ, ਇਹਨਾਂ ਪ੍ਰਵਾਸੀ ਗੋਰਿਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਲੱਗੀ ਤੇ ਖਾਸ ਕਰਕੇ ਆਪਸੀ ਵਿਹਾਰ ਦੇ ਮਾਮਲੇ 'ਚ ਬੇਟੋਕ ਇੱਕ ਪਾਸੜ ਨੀਤੀ ਤੇ ਚੱਲਣ ਲੱਗੀ। ਹੁਣ ਚੂੰਕਿ ਪ੍ਰਵਾਸੀ ਗੋਰੇ ਵੀ ਇੱਕ ਆਜ਼ਾਦ ਦੇਸ਼ ਦੇ ਹੀ ਜੰਮਪਲ ਸਨ, ਉਹ ਇਸ ਧੱਕੇਸ਼ਾਹੀ ਨੂੰ ਕਿਵੇਂ ਭੁਲਾ ਸਕਦੇ ਸਨ। ਸਿੱਟੇ ਵਜੋਂ ਅਮਰੀਕਾ ਦੀਆਂ 13 ਅੰਗਰੇਜ਼ੀ ਬਸਤੀਆਂ ਨੇ 1773 ਵਿੱਚ ਬਗਾਵਤ ਕਰਕੇ ਆਜ਼ਾਦੀ ਹਾਸਲ ਕਰ ਲਈ ਸੀ, ਪਰ ਕੈਨੇਡਾ ਵਾਸੀ ਗੋਰੇ ਇਸ ਮਾਮਲੇ ਵਿੱਚ ਬਹੁਤ ਚਿਰ ਵਿਸਲੇ ਹੀ ਰਹੇ। ਸ਼ਾਇਦ ਇਸ ਕਰਕੇ ਹੀ ਉਹਨਾਂ ਦੀ ਵਸੋਂ ਅਜੇ ਟਾਵੀਂ ਤੇ ਦੂਰ ਦਰਾਡੀ ਥਾਈਂ ਪਿੰਡੀ ਖੁੰਡੀ ਖਿੰਡੀ ਪੁੰਡੀ ਨਜ਼ਰ ਖੋਈ ਸੀ। ਨਾਲੇ ਅੰਗਰੇਜ਼ੀ ਸਰਕਾਰ ਨੂੰ ਚੂੰਕਿ ਪਹਿਲਾਂ ਅਮਰੀਕੀ ਗੋਰਿਆਂ ਦੇ ਹੱਥ ਲੱਗ ਚੁੱਕੇ ਸਨ, ਇਸ ਲਈ ਉਹਨਾਂ ਨੇ ਵੀ ਸਾਰਾ ਜਾਂਦਾ ਵੇਖੀਏ ਤੇ ਅੱਧਾ ਦਈਏ ਵੰਡ ਦੀ ਨੀਤੀ ਅਪਣਾਉਂਦਿਆਂ ਕੈਨੇਡਾ ਨੂੰ ਨੀਮ ਖੁਰਦ ਮੁਖਤਾਰੀ ਦਾ ਦਰਜਾ ਦੇ ਦਿੱਤਾ ਸੀ, ਜਿਸ ਤਹਿਤ ਉੱਥੋਂ ਦਾ ਮੁਖੀ ਗਵਰਨਰ ਜਨਰਲ ਮੁਕਰਰ ਤਾਂ ਕਰਦੀ ਸੀ ਵੱਡੀ ਸਰਕਾਰ, ਪਰ ਉਸ ਦਾ ਸਰਕਾਰੀ ਕੰਮਕਾਜ ਵਿੱਚ ਦਖਲ ਨਹੀਂ ਸੀ ਹੋਣਾ ਤੇ ਇਹੀ ਸਥਿਤੀ ਅੱਜ ਵੀ ਬਰਕਰਾਰ ਹੈ। ਆਰਥਿਕ ਪੱਖੋਂ ਵੀ ਅਜੇ ਕੈਨੇਡਾ ਬਹੁਤ ਪਛੜਿਆ ਹੋਇਆ ਸੀ ਤੇ ਇਹ ਵਿਕਾਸ ਦੇ ਮੁੱਢਲੇ ਪੜਾਅ ਵਿੱਚ ਹੀ ਸੀ, ਜਿੱਥੇ ਅਜੇ ਗੈਰ ਆਬਾਦ ਇਲਾਕਿਆਂ ਨੂੰ ਰਹਿਣਯੋਗ ਬਣਾਇਆ ਜਾ ਰਿਹਾ ਸੀ। ਇਹਨਾਂ ਕਾਰਜਾਂ ਲਈ ਮਜ਼ਦੂਰਾਂ ਨੂੰ ਹੱਡ ਭੰਨਵੀਂ ਮਿਹਨਤ ਕਰਨੀ ਪੈਂਦੀ ਸੀ, ਜੋ ਗੋਰੇ ਮਜ਼ਦੂਰਾਂ ਦੇ ਵੱਸ ਦਾ ਰੋਗ ਨਹੀਂ ਸੀ ਤੇ ਨਾਲੇ ਉਹ ਮਹਿੰਗੇ ਬਹੁਤ ਪੈਂਦੇ ਸਨ। ਸੋ ਹੁਣ ਲੋੜ ਸੀ ਸਸਤੇ ਤੇ ਸਰੜੀ ਹੱਥਾਂ ਦੀ, ਜੋ ਏਸ਼ੀਆਈ ਵਸੋਂ ਵਿੱਚੋਂ ਹੀ ਮਿਲ ਸਕਦੇ ਸਨ। ਇਸ ਸਿਲਸਿਲੇ ਵਿੱਚ ਸਭ ਤੋਂ ਪਹਿਲਾਂ ਤਾਂ ਏਸ਼ੀਆ 'ਚੋਂ ਚੀਨੀ ਮਜ਼ਦੂਰ 19ਵੀਂ ਸਦੀ ਦੇ ਅੱਧ ਪਿੱਛੋਂ ਉੱਥੇ ਪ੍ਰਵਾਸ ਕਰਨ ਲੱਗੇ। ਕੁਝ ਹੀ ਸਮੇਂ ਬਾਅਦ ਫਿਰ ਜਾਪਾਨੀਆਂ ਨੇ ਵੀ ਉੱਥੇ ਜਾਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਮੁਕਾਬਲਤਨ ਉਹਨਾਂ ਦੀ ਗਿਣਤੀ ਚੀਨੀਆਂ ਤੋਂ ਬਹੁਤ ਘੱਟ ਸੀ। ਭਾਰਤ ਵਾਸੀ ਇਸ ਮਾਮਲੇ ਵਿੱਚ ਬਹੁਤ ਪਛੜ ਕੇ ਭਾਵ 19ਵੀਂ ਸਦੀ ਦੇ ਅਖੀਰਲੇ ਸਾਲਾਂ ਵਿੱਚ ਸ਼ਾਮਲ ਹੋਏ, ਉਹ ਵੀ ਇੱਕ ਤਰ੍ਹਾਂ ਦੇ ਮੌਕਾ ਮੇਲ ਕਰਕੇ। ਇਹ ਸਬੱਬ ਇਸ ਤਰ੍ਹਾਂ ਬਣਿਆ ਕਿ 1896-97 ਦਾ ਸਾਲ ਬਰਤਾਨੀਆ ਦੀ ਮਲਕਾ ਵਿਕਟੋਰੀਆ ਦੀ ਗੋਲਡਨ ਜੁਬਲੀ ਦੇ ਜਸ਼ਨ ਵਜੋਂ ਮਨਾਇਆ ਗਿਆ। ਉਹ ਵੀ ਐਡੀ ਵੱਡੀ ਪੱਧਰ 'ਤੇ ਕਿ ਸ਼ਾਇਦ ਪਹਿਲਾਂ ਕਦੇ ਬਰਤਾਨੀਆ ਅੰਦਰ ਕਿਸੇ ਬਾਦਸ਼ਾਹ ਜਾਂ ਮਲਕਾ ਦਾ ਕੋਈ ਜਸ਼ਨ ਇੰਨੀ ਸ਼ਾਦੋ ਸ਼ੌਕਤ ਨਾਲ ਮਨਾਇਆ ਗਿਆ ਹੋਵੇਗਾ। ਗੋਰੇ ਹਾਕਮਾਂ ਨੇ ਇਸ ਮੌਕੇ ਨੂੰ ਆਪਣੀ ਵਿਸ਼ਵ ਵਿਆਪੀ ਸਰਦਾਰੀ ਦਾ ਵਿਖਾਵਾ ਕਰਨ ਲਈ
ਨਾਲੇ ਇਹ ਦਰਸਾਉਣ ਲਈ ਵੀ ਵਰਤਿਆ ਕਿ ਵੇਖੋ ਸਾਡੀ ਸਭ ਤੋਂ ਵੱਡੀ ਅਤੇ ਸਰਮੌਰ ਕਲੋਨੀ ਭਾਵ ਹਿੰਦੁਸਤਾਨ ਦੀ ਪ੍ਰਜਾ ਸਾਡੀ ਕਿਤਨੀ ਵਫਾਦਾਰ ਹੈ, ਤੇ ਖਾਸ ਕਰਕੇ ਸਿੱਖ ਵਸੋਂ ਜਿਸ ਨੇ 40-50 ਸਾਲ ਪਹਿਲਾਂ ਸਾਡੇ ਵਿਰੁੱਧ ਖੌਫਨਾਕ ਜੰਗ 1848-49 ਵਿੱਚ ਲੜੀ ਸੀ, ਅੱਜ ਉਹ ਵੀ ਸਾਡੀ ਢਾਲ ਬਣ ਚੁੱਕੀ ਹੈ। ਇਸ ਲਿਹਾਜ਼ ਨਾਲ ਦਰਸ਼ਕਾਂ ਨੂੰ ਚਕਾਚੌਂਧ ਕਰਨ ਖਾਤਰ ਰਸਾਲੇ ਦੇ ਘੋੜਸਵਾਰਾਂ ਨੂੰ ਚੇਚੇ ਤੌਰ ਤੇ 7 ਸਮੁੰਦਰੋਂ ਪਾਰ ਲਿਆ ਕੇ ਪਰੇਡ ਵਿੱਚ ਸ਼ਾਮਲ ਕਰਾਇਆ ਗਿਆ ਸੀ। ਲਗਭਗ ਇਸੇ ਤਰ੍ਹਾਂ ਹੀ ਜਿਵੇਂ ਅੱਜ ਕੱਲ੍ਹ ਭਾਰਤ ਵਿੱਚ 26 ਜਨਵਰੀ ਵਾਲੀ ਇੰਡੀਆ ਗੇਟ ਵਾਲੀ ਪਰੇਡ ਵੇਲੇ ਵੱਡੇ ਵੱਡੇ ਟੈਂਕ ਵਗੈਰਾ ਪ੍ਰਦਰਸ਼ਿਤ ਕੀਤੇ ਜਾਂਦੇ ਹਨ। ਸਿੱਖ ਫੌਜੀਆਂ ਦੇ ਵਾਪਸੀ ਸਫ਼ਰ ਵੇਲੇ ਇਹਨਾਂ ਨੂੰ ਬਜਾਏ ਸਿੱਧੇ ਰਸਤੇ ਭਾਵ ਸਵਿਜ਼ ਨਹਿਰ ਵੱਲੋਂ ਭੇਜਣ ਦੇ ਇਹਨਾਂ ਦੇ ਜਹਾਜ਼ਾਂ ਨੂੰ ਕੈਨੇਡਾ ਦੇ ਪੂਰਬੀ ਸਾਹਿਲ ਤੇ ਸਥਿਤ ਕਿਊਬਕ ਸੂਬੇ ਦੀ ਮੌਂਟਰੀਅਲ ਬੰਦਰਗਾਹ ਤੇ ਉਤਾਰ ਕੇ ਰੇਲ ਗੱਡੀਆਂ ਰਾਹੀਂ ਕੈਨੇਡਾ ਦੇ ਪੱਛਮੀ ਸਿਰੇ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਵੈਂਕੂਵਰ ਬੰਦਰਗਾਹ ਤੇ ਜਾ ਉਤਾਰਿਆ। ਸਫ਼ਰ ਇੰਨਾ ਲੰਬਾ ਸੀ ਜਿਸ ਨੂੰ ਤੈਅ ਕਰਨ ਵਿੱਚ ਕਈ ਦਿਨ ਲੱਗੇ ਹੋਣਗੇ। ਇਹਨਾਂ ਫੌਜੀਆਂ ਵਿੱਚੋਂ ਬਹੁਤੇ ਕਿਸਾਨ ਜ਼ਿਮੀਂਦਾਰ ਪਰਿਵਾਰਾਂ ਵਿੱਚੋਂ ਸਨ, ਸੋ ਉਹਨਾਂ ਜਦੋਂ ਸੈਂਕੜੇ ਮੀਲ ਗੈਰਬਾਦ ਪਰ ਹਰੀ ਭਰੀ ਧਰਤੀ ਨੂੰ ਨਿਹਾਰਿਆ ਤਾਂ ਉਹਨਾਂ ਅੰਦਰ ਜ਼ਿਮੀਂਦਾਰ ਵਾਲਾ ਉਪਜਾਊ ਅਤੇ ਮੁਕਲੀ ਧਰਤੀ ਸੰਬੰਧੀ ਮੋਹ ਠਾਠਾਂ ਮਾਰਨ ਲੱਗਾ। ਬਹੁਤਿਆਂ ਨੇ ਉਦੋਂ ਹੀ ਮਨ ਬਣਾ ਲਿਆ ਕਿ ਉਹ ਨੌਕਰੀ ਛੱਡ ਕੇ ਇੱਥੇ ਹੀ ਵਸਣਗੇ, ਬਲਕਿ ਸ਼ਾਇਦ ਕੁਝ ਕੁ ਤਾਂ ਰਸਤੇ ਵਿੱਚ ਚੁੱਪਚਾਪ ਹਾਂਗਕਾਂਗ ਬੰਦਰਗਾਹ ਤੇ ਹੀ ਜਹਾਜ਼ੋਂ ਉਤਰ ਗਏ ਤੇ ਭਾਰਤ ਪਰਤੇ ਹੀ ਨਹੀਂ ਤੇ ਉਧਰੋਂ ਪ੍ਰਵਾਸ ਕਰ ਗਏ। ਬਸ ਫਿਰ ਕੀ ਸੀ, ਵੇਖੋ ਵੇਖੀ 20ਵੀਂ ਸਦੀ ਦੇ ਸ਼ੁਰੂ ਵਿੱਚ ਸਾਲਾਂ ਦੇ ਵਿੱਚ ਸਾਬਕਾ ਸਿੱਖ ਫੌਜੀ ਪੰਜਾਬ ਤੋਂ ਇਲਾਵਾ ਹਾਂਗਕਾਂਗ, ਸ਼ੰਘਾਈ, ਸਿੰਗਾਪੁਰ ਤੋਂ ਵੀ ਜਿਹੜੇ ਪਹਿਲਾਂ ਹੀ ਉੱਥੇ ਵਸੇ ਸਨ, ਜਿੱਥੇ ਉਹਨਾਂ 'ਚੋਂ ਬਹੁਤੇ ਚੌਕੀਦਾਰ ਸਨ, ਸਾਰੇ ਕੈਨੇਡਾ ਪਹੁੰਚਣ ਲੱਗੇ ਕਿਉਂਕਿ ਉੱਥੇ ਉਹਨਾਂ ਨੂੰ ਕਿਤੇ ਵਡੇਰੀ ਕਮਾਈ ਦੀ ਝਾਕ ਸੀ। ਤੰਗੀਆਂ ਤੁਰਸ਼ੀਆਂ ਪਹਿਲਾਂ ਪਹਿਲ ਉੱਥੇ ਪ੍ਰਵਾਸ ਕਰਨ ਵਾਲਿਆਂ ਨੂੰ ਉੱਥੋਂ ਦੇ ਮਾਹੌਲ ਵਿੱਚ ਵਿਚਰਨਾ ਅਤੇ ਢੁਕਵਾਂ ਰੋਜ਼ਗਾਰ ਲੱਭਣਾ ਦੋ ਮੁੱਖੀ ਚੁਣੌਤੀਆਂ ਸਨ, ਜਿਨ੍ਹਾਂ ਨਾਲ ਉਹਨਾਂ ਇੱਕੋ ਵੇਲੇ ਨਿਬੜਨਾ ਸੀ। ਉਧਰ ਕੈਨੇਡਾ ਦੇ ਕਾਰੋਬਾਰੀ ਮਾਲਕਾਂ ਨੂੰ ਵੀ ਕੋਈ ਥਾਂ ਨਹੀਂ ਸੀ ਕਿ ਇਹਨਾਂ ਕੋਲੋਂ ਕੀ ਕੰਮ ਲਿਆ ਜਾ ਸਕਦਾ। ਆਖਰ ਵਿਚਾਲੇ ਵੱਡੀ ਡਿਚਨ ਭਾਸ਼ਾ ਸੀ, ਸੋ ਉਹਨਾਂ ਨੇ ਇਹਨਾਂ ਨੂੰ ਉਨੀ ਕੰਮੀ ਲਾਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਨੂੰ ਸਮਝਾਉਣ ਦੀ ਖਾਸ ਲੋੜ ਨਾ ਹੋਵੇ। ਕਰਦੇ ਕਰਾਉਂਦਿਆਂ ਇਹਨਾਂ ਨੂੰ ਆਰਾ ਮਿੱਲਾਂ ਵਿੱਚ ਸ਼ਤੀਰੀਆਂ ਲੱਦਣ, ਉਤਾਰਨ, ਚਰਾਉਣ ਵਰਗੇ ਕੰਮਾਂ ਤੇ ਲਾਉਣ ਲੱਗ ਪਏ। ਇਸੇ ਤਰ੍ਹਾਂ ਨਵੀਆਂ ਰੇਲਵੇ ਲਾਈਨਾਂ ਵਿਛਾਉਣ ਲਈ ਸੁਹਾਵਰੀ ਕਰਨ, ਭਾਰਾ ਸਮਾਨ ਇੱਧਰ ਉੱਧਰ ਖੜਨ ਵਰਗੇ ਕਾਰਜਾਂ ਵਿੱਚ ਲੱਗਣ ਲੱਗ ਪਏ। ਕੁਝ ਕੁ ਜੰਗਲ ਸਾਫ਼ ਕਰਾ ਕੇ ਬਾਗਬਾਨੀ ਲਈ ਵੀ ਵਰਤਿਆ ਜਾਣ ਲੱਗਾ। ਕਈ ਮਾਲਕ ਤਾਂ ਕੁਝ ਅਜਿਹੇ ਕੰਮ ਵੀ ਜਿਹੜੇ ਮਸ਼ੀਨਾਂ ਰਾਹੀਂ ਕਰਾਉਣ ਨਾਲੋਂ ਇਹਨਾਂ ਕੋਲੋਂ ਕਰਾਉਣੇ ਸਸਤੇ ਪੈਂਦੇ ਸੀ, ਉਹਨਾਂ ਨੂੰ ਵੀ ਇਹਨਾਂ ਤੋਂ ਹੀ ਕਰਾਉਣ ਨੂੰ ਤਰਜੀਹ ਦੇਣ ਲੱਗ ਪਏ। ਪਰ ਵੇਖੋ ਜ਼ਿੰਦਗੀ ਦਾ ਵਿਅੰਗ, ਜਿਹੜੀ ਸੁੰਨੀ ਪਈ ਉਪਜਾਊ ਧਰਤੀ ਦੀ ਝਾਕ ਵਿੱਚ ਇਹ ਦੇਸੋਂ ਪ੍ਰਦੇਸ ਆਏ ਸਨ, ਉਹਨਾਂ ਨੂੰ ਉਹਦਾ ਮੂੰਹ ਵੇਖਣਾ ਵੀ ਨਸੀਬ ਨਹੀਂ ਸੀ ਹੋ ਰਿਹਾ। ਹਾਲਾਂਕਿ ਸ਼ਾਇਦ ਜ਼ਿੰਦਗੀ ਵਿੱਚ ਪਹਿਲੀ ਵਾਰ ਇਹਨਾਂ ਦਾ ਪੈਸੇ ਧੇਲੇ ਵਜੋਂ ਕੁਝ ਸਾਹ ਸੁਖਾਲਾ ਹੋਇਆ ਹੋਵੇਗਾ। ਜਦੋਂ ਇਹਨਾਂ ਦੀਆਂ ਚਿੱਠੀਆਂ ਪੱਤਰਾਂ ਤੋਂ ਅਤੇ ਘਰ ਪਰਤ ਦੇ ਵੱਖ ਵਪਾਰਾਂ ਤੋਂ ਉਧਰਲੀ ਕਮਾਈ ਦੀ ਪਿੱਛੇ ਚਰਚਾ ਹੋਈ ਤਾਂ ਕਈ ਲੋਕ ਕਰਜ਼ਾ ਲੈ ਕੇ, ਜ਼ਮੀਨ ਵੇਚ ਕੇ, ਜਾਇਦਾਦ ਗਰਵੀ ਰੱਖ ਕੇ ਭਾਵ ਜਿਵੇਂ ਕਿਵੇਂ ਸਫ਼ਰ ਦੇ ਕਿਰਾਏ ਲਈ ਪੈਸੇ ਜਟਾ ਉਧਰ ਜਾਣ ਲੱਗ ਪਏ। 1907 ਦੀ ਇੱਕ ਸਰਕਾਰੀ ਰਿਪੋਰਟ ਅਨੁਸਾਰ ਉੱਥੋਂ ਦੇ ਕਈ ਮਾਲਕਾਂ ਨੇ ਸਸਤੇ ਮਜ਼ਦੂਰ ਜਟਾਉਣ ਲਈ ਪੰਜਾਬ ਦੀਆਂ ਅਖਬਾਰਾਂ ਵਿੱਚ ਇਸ਼ਤਿਹਾਰ ਵੀ ਕਢਵਾਏ, ਜਿਨ੍ਹਾਂ ਰਾਹੀਂ ਪ੍ਰਵਾਸ ਲਈ ਪੰਜਾਬੀਆਂ ਨੂੰ ਉਤਸ਼ਾਹਿਤ ਕੀਤਾ ਗਿਆ। ਸਿੱਟੇ ਵਜੋਂ 1908 ਵਿੱਚ ਕੈਨੇਡਾ ਪਹੁੰਚੇ ਹਿੰਦੀਆਂ ਦੀ ਗਿਣਤੀ ਸਾਲ ਕੁ ਦੇ ਅੰਦਰ 500 ਤੋਂ ਵੱਧ ਕੇ 6000 ਤੱਕ ਪਹੁੰਚ ਗਈ। ਇਹ ਸਾਰੇ ਦੇ ਸਾਰੇ ਇੱਧਰਲੀਆਂ ਜਾਇਦਾਦਾਂ ਦਾ ਮੋਹ ਤਿਆਗ ਕੇ ਇਸ ਧਾਰਨਾ ਨਾਲ ਉੱਧਰ ਜਾ ਰਹੇ ਸਨ ਕਿ ਉੱਥੋਂ ਡਾਲਰ ਕਮਾ ਕੇ ਉਹ ਕੁਝ ਵੀ ਚਿਰ ਪਿੱਛੋਂ ਨਾ
ਸਿਰਫ ਆਪਣੀਆਂ ਪਿਛਲੀਆਂ ਗਿਰਵੀ ਰੱਖੀਆਂ ਹੋਈਆਂ ਜਾਇਦਾਦਾਂ ਬਹਾਲ ਵੀ ਕਰਾ ਲੈਣਗੇ, ਬਲਕਿ ਉਹਨਾਂ ਵਿੱਚ ਵਾਧਾ ਕਰਨ ਯੋਗ ਵੀ ਹੋ ਜਾਣਗੇ। ਇਹਨਾਂ ਹਿੰਦੀਆਂ ਵਿੱਚ 80% ਸਿੱਖ ਸਨ, ਜਿਨ੍ਹਾਂ ਚੋਂ ਬਹੁਤੇ ਅੰਮ੍ਰਿਤਸਰ, ਲਾਹੌਰ, ਜਲੰਧਰ, ਲੁਧਿਆਣਾ, ਫਿਰੋਜ਼ਪੁਰ ਜ਼ਿਲ੍ਹਿਆਂ ਭਾਵ ਕੇਂਦਰੀ ਪੰਜਾਬ ਵਿੱਚੋਂ ਗਏ ਸਨ। ਉਧਰ ਕੈਨੇਡਾ ਵਿੱਚ ਲਗਭਗ ਇਹ ਸਾਰੇ ਦੇ ਸਾਰੇ ਹੀ ਪਹਿਲਾਂ ਪੱਛਮੀ ਸਾਹਿਲ ਤੇ ਵਾਕਿਆ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਹੀ ਗਏ, ਜਿਹੜੇ ਸਭ ਤੋਂ ਪਹਿਲਾਂ ਉਹਨਾਂ ਦੀ ਖਿੱਚ ਦਾ ਕੇਂਦਰ ਬਿੰਦੂ ਬਣਿਆ ਸੀ। ਤੇ ਵੱਡੀ ਗੱਲ, ਉੱਥੋਂ ਦੀ ਆਬੋ ਹਵਾ ਲਗਭਗ ਪੰਜਾਬ ਨਾਲ ਹੀ ਰਲਦੀ ਮਿਲਦੀ ਸੀ। ਨਾ ਹੱਦੋਂ ਵੱਧ ਪਾਲਾ, ਨਾ ਗਰਮੀ। ਕੁਝ ਵੱਡੀ ਸਮੱਸਿਆ ਸੀ ਕਿ ਸਿਰ ਲੁਕਾਉਣ ਦੀ ਲਈ ਟਿਕਾਣੇ ਦੀ ਸੀ, ਜਿਸ ਲਈ ਮਿੱਲ ਮਾਲਕਾਂ ਨੇ ਇਹਨਾਂ ਨੂੰ ਮਿੱਲਾਂ ਦੇ ਹਾਤਿਆਂ ਵਿੱਚ ਹੀ ਲੱਕੜੀ ਦੀਆਂ ਝੁੱਗੀਆਂ ਬਣਾਉਣ ਲਈ ਥਾਂ ਦੇ ਦਿੱਤੀ, ਜਾਂ ਫਿਰ ਡੰਗਰਾਂ ਪਸ਼ੂਆਂ ਲਈ ਬਣਾਏ ਵਾੜੇ ਆਦਿ ਇਹਨਾਂ ਦੇ ਰਹਿਣ ਲਈ ਛੱਡ ਦਿੱਤੇ, ਜਿਨ੍ਹਾਂ ਵਿੱਚ ਉਹ ਭੇਡਾਂ ਬੱਕਰੀਆਂ ਵਾਂਗ ਤੂੜ ਦਿੱਤਾ ਜਾਂਦਾ। ਆਲੇ ਦੁਆਲੇ ਖੁੱਲ੍ਹੇ ਮੈਦਾਨ ਹੋਣ ਕਰਕੇ ਸਿਆਲ ਵਿੱਚ ਠੰਡ ਦਾ ਕਹਿਰ ਵਰਤਦਾ, ਗਰਮੀਆਂ ਵਿੱਚ ਲੋ ਝੱਲਣੀ ਪੈਂਦੀ। ਪਾਣੀ ਸਿਰਫ ਪੀਣ ਵਾਸਤੇ ਹੀ ਦਿੱਤਾ ਜਾਂਦਾ ਸੀ। ਨਹਾਉਣ ਧੋਣ ਲਈ ਨਦੀਆਂ, ਨਾਲਿਆਂ ਜਾਂ ਛੱਪੜਾਂ ਦਾ ਆਸਰਾ ਲੈਣਾ ਪੈਂਦਾ ਸੀ। ਹੋਰ ਤਾਂ ਹੋਰ ਜੰਗਲ ਪਾਣੀ ਲਈ ਵੀ ਮਿੱਲ ਦੇ ਹਾਤੇ ਅੰਦਰ ਕੋਈ ਪ੍ਰਬੰਧ ਨਹੀਂ ਸੀ ਹੁੰਦਾ। ਉਹਨਾਂ ਦਾ ਲੰਗਰ ਸਾਂਝਾ ਹੁੰਦਾ ਸੀ ਤੇ ਮਿਲ ਜੁਲ ਕੇ ਉਹ ਵਾਰੀ-ਵਾਰੀ ਰੋਟੀ ਪਕਾਉਂਦੇ ਸਨ। ਕੰਮਕਾਰ ਤੋਂ ਵਿਹਲੇ ਹੋ ਕੇ ਇਹਨਾਂ ਦੇ ਦਿਲ ਬਹਿਲਾਵੇ ਲਈ ਦੂਰ ਦੂਰ ਤੱਕ ਕੋਈ ਸਹੂਲਤ ਨਹੀਂ ਸੀ। ਇਸ ਲਈ ਉਹਨਾਂ ਵਿੱਚ ਜਿਹੜੇ ਸ਼ੌਂਕੀਆਂ ਦੀ ਢੋਲਕੀ, ਬੰਸਰੀ, ਸਰੰਗੀ ਵਗੈਰਾ ਲੈ ਕੇ ਗਏ ਹੋਏ ਸਨ, ਉਹਨਾਂ ਨਾਲ ਹੀ ਗਾ ਵਜਾ ਲੈਂਦੇ। ਜਿਵੇਂ ਅਸੀਂ ਪੰਜਾਬ ਅੰਦਰ ਪੂਰਬੀਆਂ ਨੂੰ ਰਾਤ ਵੇਲੇ ਇਕੱਠੇ ਹੋ ਕੇ ਆਪਣੇ ਰਵਾਇਤੀ ਗੀਤ ਗਾਉਂਦੇ ਦੇਖਦੇ ਸੁਣਦੇ ਹਾਂ, ਇਸ ਤਰ੍ਹਾਂ ਉਹ ਰਲ ਮਿਲ ਕੇ ਦਿਨੇ ਕਮਾਈ ਤੇ ਰਾਤੀ ਮੌਜ ਮੇਲਾ ਕਰ ਲਿਆ ਕਰਦੇ ਸਨ। ਜਦੋਂ ਕੁਝ ਪੈਰਾਂ ਸਿਰ ਹੋ ਗਏ ਤਾਂ ਉਹ ਆਪਣੇ ਰਹਿਣ ਵਾਸਤੇ ਆਪਣੇ ਬਲਬੂਤੇ ਆਬਾਦੀਆਂ ਵਿੱਚ ਵਸਣ ਲੱਗ ਪਏ। ਫਿਰ ਉਹਨਾਂ ਨੂੰ ਆਪਣੇ ਪੂਜਾ ਸਥਾਨਾਂ ਦੀ ਤੋੜ ਵੀ ਸਥਾਉਣ ਲੱਗੇ। ਸ਼ੁਰੂ 'ਚ ਤਾਂ ਕਈ ਮਿੱਲ ਮਾਲਕਾਂ ਦੀ ਆਗਿਆ ਨਾਲ ਕੁਝ ਥਾਂ ਲੈ ਕੇ ਕੰਮ ਚਲਾਊ ਪੂਜਾ ਸਥਾਨ ਬਣਾਏ, ਜਿੱਥੇ ਉਹ ਐਤਵਾਰ ਵਾਲੇ ਦਿਨ ਜਾਂ ਹੋਰ ਛੁੱਟੀ ਵਾਲੇ ਦਿਨ ਦੀਵਾਨ ਸਜਾਉਂਦੇ ਤੇ ਲੰਗਰ ਵੀ ਲਗਾਉਂਦੇ ਸਨ। 1907 ਵਿੱਚ ਸਿੱਖਾਂ ਲਈ ਉੱਥੇ ਇੱਕ ਅਨੋਖੀ ਸਮੱਸਿਆ ਆ ਗਈ ਕਿ ਮ੍ਰਿਤਕ ਦੇਹ ਦਾ ਸੰਸਕਾਰ ਕਿੱਥੇ ਕੀਤਾ ਜਾਏ, ਕਿਉਂਕਿ ਉਹਨਾਂ ਵਿੱਚੋਂ ਇੱਕ ਚੜ੍ਹਾਈ ਕਰ ਗਿਆ ਸੀ ਤੇ ਉੱਥੇ ਕੋਈ ਸ਼ਮਸ਼ਾਨ ਘਾਟ ਹੈ ਹੀ ਨਹੀਂ ਸੀ। ਵੈਨਕੂਵਰ ਦੇ ਮੇਅਰ ਨੇ ਸ਼ਹਿਰ ਦੀਆਂ ਮਿਊਨਿਸਪਲ ਹੱਦਾਂ ਅੰਦਰ ਸੰਸਕਾਰ ਦੀ ਮਨਾਹੀ ਕਰ ਦਿੱਤੀ। ਈਸਾਈ ਪਾਦਰੀ ਮ੍ਰਿਤਕ ਦੇਹ ਨੂੰ ਦਫਨਾਉਣ ਤੇ ਜ਼ੋਰ ਦੇ ਰਹੇ ਸਨ, ਨਾਲ ਹੀ ਕਿਸੇ ਕਾਲੇ ਨੂੰ ਗੋਰਿਆਂ ਦੇ ਕਬਰਸਤਾਨ ਵਿੱਚ ਦਫਨਾਉਣ ਦੇ ਵੀ ਕੱਟੜ ਵਿਰੋਧੀ ਸਨ। ਭਾਰਤੀਆਂ ਨੇ ਅੱਧੀ ਰਾਤੀ ਮ੍ਰਿਤਕ ਦੇਹ ਨੂੰ ਚੁੱਕਿਆ ਤੇ ਸੰਘਲੇ ਜੰਗਲਾਂ ਵਿੱਚ ਲਿਜਾ ਕੇ ਦਿਨ ਚੜੇ ਸੰਸਕਾਰ ਕਰ ਦਿੱਤਾ, ਜਿਸ ਮੌਕੇ ਉਹਨਾਂ ਦੇ ਕੁਝ ਗੋਰੇ ਸ਼ੁਭ ਚਿੰਤਕ ਵੀ ਉੱਥੇ ਹਾਜ਼ਰ ਸਨ। ਉਨੀ ਦਿਨੀ ਇੱਕ ਸਧਾਰਨ ਕਾਮਾ ਉਧਰ 10 ਰੁਪਏ ਦਿਹਾੜੀ ਕਮਾ ਲੈਂਦਾ ਸੀ। ਇਸ ਕਮਾਈ ਚੋਂ ਕੁਝ ਨਾ ਕੁਝ ਬਚਾ ਕੇ ਉਹਨਾਂ ਕੁਝ ਜਾਇਦਾਦਾਂ ਵੀ ਬਣਾ ਲਈਆਂ, ਜੋ 1908 ਵੇਲੇ ਕੋਈ 2 ਕਰੋੜ ਰੁਪਏ ਦੀਆਂ ਹੋਣਗੀਆਂ। ਗੁਲਾਮ ਭਾਰਤੀਆਂ ਦੀ ਇਹ ਖੁਸ਼ਹਾਲੀ ਵੇਖ ਕੇ ਕਈ ਗੋਰੇ ਇਹਨਾਂ ਤੋਂ ਈਰਖਾ ਖਾਣ ਲੱਗ ਪਏ ਤੇ ਵਿਹਲੜ ਗੋਰੇ ਆਪਣੀ ਕਮਾਈ ਤੇ ਲੱਤ ਵੱਜਦੀ ਵੇਖ ਇਹਨਾਂ ਨਾਲ ਨਫ਼ਰਤ ਕਰਨ ਲੱਗੇ। ਸੋ ਇਹਨਾਂ ਭਾਰਤੀਆਂ ਦਾ ਉੱਥੋਂ ਬੋਰੀਆ ਬਿਸਤਰਾ ਗੋਲ ਕਰਾ ਕੇ ਭਾਰਤ ਵਾਪਸੀ ਲਈ ਲੱਕ ਬੰਨ੍ਹ ਲਿਆ। ਗੱਲ ਇੱਥੇ ਤੱਕ ਪਹੁੰਚ ਗਈ ਕਿ ਜਰਨਲ ਸਵਾਰਨ ਦੇ ਨਾਂ ਇੱਕ ਗੋਰੇ ਨੇ ਖੁੱਲ੍ਹ-ਮੁਖੱਲਾ ਐਲਾਨ ਕਰ ਦਿੱਤਾ ਕਿ ਕਿਸੇ ਭਾਰਤੀ ਨੂੰ ਕਿਸੇ ਅੰਗਰੇਜ਼ੀ ਬਸਤੀ ਵਿੱਚ ਵਸਣ ਜਾਂ ਰਹਿਣ ਜਾਂ ਕਾਰੋਬਾਰ ਕਰਨ ਦੀ ਆਗਿਆ ਨਹੀਂ ਹੋਵੇਗੀ। ਗੋਰਿਆਂ ਦੇ ਇੱਕ ਵਰਗ ਵਿੱਚ ਇਹ ਧਾਰਨਾ ਜ਼ੋਰ ਫੜਨ ਲੱਗੀ ਕਿ ਜਿਹੜੇ ਹਿੰਦੀ ਇੱਥੇ ਗੋਰਿਆਂ ਵਰਗੇ ਸ਼ਹਿਰੀ ਹੱਕ ਮਾਣ ਰਹੇ ਹਨ, ਉਹ ਆਪਣੇ ਪਿੱਛੇ ਸਾਕ ਸੰਬੰਧੀਆਂ ਨੂੰ ਇਹੀ ਜਾਣਕਾਰੀ ਦੇ ਰਹੇ ਹੋਣਗੇ, ਜਿਸ ਦੇ ਸਿੱਟੇ ਵਜੋਂ ਉਹ ਥੋੜ੍ਹਾ ਮਾਰੇ ਲੋਕੀ ਇੱਧਰ ਨੂੰ ਹੀਰਾ ਕੱਤ ਲੈਣਗੇ, ਜਿਹਦੇ ਨਾਲ ਏਸ਼ੀਆਈਆਂ ਅੰਦਰ ਗੋਰਿਆਂ ਕੌਮਾਂ ਦੀ ਸਾਖ ਮਾਂਦ ਪੈ ਜਾਏਗੀ
ਤੇ ਹਿੰਦੁਸਤਾਨ ਅੰਦਰ ਅੰਗਰੇਜ਼ੀ ਰਾਜ ਦੀ ਪਕੜ ਵੀ ਕਮਜ਼ੋਰ ਪੈ ਜਾਏਗੀ। ਸਮਕਾਲੀ ਪੰਜਾਬ ਦੇ ਪ੍ਰਸਿੱਧ ਗੋਰੇ ਪੁਲਸੀਏ ਪੈਟਰੀ ਨੇ, ਜੋ ਕਾਮਾਗਾਟਾ ਮਾਰੂ ਦੀ ਕਲਕੱਤੇ ਵਾਪਸੀ ਮੌਕੇ ਉੱਤੇ ਤੈਨਾਤ ਸੀ, ਤਾਂ ਇਹ ਕਿਹਾ ਸੀ, ਇਹ ਇੱਕ ਆਮ ਵਰਤਾਰਾ ਹੈ ਕਿ ਵਿਦੇਸ਼ਾਂ ਤੋਂ ਪਰਤੇ ਭਾਰਤੀ ਅਕਸਰ ਵਿਗੜੀ ਹੋਈ ਰਾਜਸੀ ਸੋਚ ਦੇ ਗੋਰੇ ਹਾਕਮਾਂ ਦੀ ਖਾਸ ਪਰਵਾਹ ਨਾ ਕਰਨ ਵਰਗੀਆਂ ਰੁਚੀਆਂ ਲੈ ਕੇ ਪਰਤਦੇ ਹਨ। ਏਸ਼ੀਆਈ ਮਾੜੇ ਤੇ ਹਿੰਦੀ ਘਟੀਆ, ਇਹ ਚੈਪਟਰ ਅਸੀਂ ਅਗਲੇ ਸੈਗਮੈਂਟ ਵਿੱਚ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।